जी, अस्सलाम वालेकुम मलक मुनीर साहब, की हाल है? ठीक हो, खैरियत है? अच्छा मलक साहब, ਇਹ ਨਾ ਤਕਰੀਬਨ 3 ਤੋਂ 4 ਮਾਹ ਪਹਿਲੇ ਇੱਕ ਫਰਾਡ ਹੋਇਆ ਸੀ ਸ਼ਰਕਪੁਰ ਵਿੱਚ। ਸ਼ਾਇਦ ਸ਼ਰਕਪੁਰ ਦੇ ਆਵਾਮ ਨੂੰ ਕੁਛ ਇਸ ਬਾਰੇ 'ਚ ਇਲਮ ਹੋਵੇ। ਇੱਕ ਅਲੀ ਸੈਫੀ ਭਾਈ ਸਨ, ਬਿਲਾਲ ਸੈਫੀ, ਹਾਫਿਜ਼ ਸਾਦ, ਕੁਛ ਮੀਆਂ ਬਰਾਦਰਾਨ ਦੇ ਆਪਣੇ ਹੈਗੇ ਸਨ, ਉਹਨਾਂ ਦੇ ਸਾਹਿਬਜ਼ਾਦਾ। ਇਹ ਤਕਰੀਬਨ ਕੋ 8 ਤੋਂ 10 ਬੰਦਿਆਂ ਦਾ ਗਰੁੱਪ ਸੀ ਜਿਹੜਾ ਬਿਜ਼ਨਸ ਕਰਦਾ ਪਿਆ ਸੀ ਆਪਣਾ ਕੱਪੜੇ ਦੇ ਨਾਂ ਤੋਂ, ਅਲੀ ਸੈਫੀ ਦੇ ਨਾਲ। ਠੀਕ ਹੈ ਜੀ। ਇੱਕ ਰਕਮ ਹੈਗੀ ਸੀ ਤਕਰੀਬਨ ਕੋ 13 ਤੋਂ 14 ਕਰੋੜ ਦੇ ਰਾਉਂਡ ਅਬਾਊਟ, ਮਤਲਬ ਸਾਰੀ ਕੁੱਲ ਮਿਲਾ ਕੇ, ਜਿਹਦੇ ਵਿੱਚ ਕੋ ਅਲੀ ਸੈਫੀ ਦੀ ਫੈਮਿਲੀ ਦੀ ਵੀ ਸੀ। ਇਹ ਅੱਗੇ ਕਰਦੇ ਪਏ ਸਨ ਲਾਹੌਰ ਕਿਸੇ ਪਾਰਟੀ ਦੇ ਨਾਲ। ਜਿਹੜੀ ਲਾਹੌਰ ਵਾਲੀ ਪਾਰਟੀ ਹੈ ਨਾ, ਉਹ ਨੱਸ ਗਈ ਹੈ। ਠੀਕ ਹੈ। ਬਾਅਦ ਵਿੱਚੋਂ ਜਦੋਂ ਤਹਿਕੀਕ ਹੋਈ ਹੈ, ਸਾਰੇ ਮਾਮਲਾਤ ਨਿਕਲੇ ਨੇ ਬਾਹਰ। ਸ਼ਰਕਪੁਰ ਦੀਆਂ ਮੁਅੱਜ਼ਜ਼ ਸ਼ਖਸੀਆਤ ਜਿਨ੍ਹਾਂ ਕੋਲ ਇਕੱਠ ਵਗੈਰਾ ਗਏ ਨੇ, ਜਾਂ ਲਾਹੌਰ ਇੱਕ ਡੀਐਸਪੀ ਸਾਹਿਬ ਸਨ, ਉਹਨਾਂ ਕੋਲ ਇਕੱਠ ਗਿਆ। ਜਦੋਂ ਸਾਰਿਆਂ ਕੋਲ ਜਾਂਦੇ ਰਹੇ ਨੇ ਨਾ, ਇਹ ਫਿਰ ਤਹਿਕੀਕ ਕਰਿਆ, ਪਤਾ ਨਿਕਲਿਆ ਸੀ ਕਿ ਇਹ ਸਾਰਾ ਸੂਦ ਦਾ ਕੰਮ ਹੋ ਰਿਹਾ ਸੀ। ਮਤਲਬ ਨਾ ਫਿਕਸ ਪ੍ਰਾਈਜ਼ ਲਈ ਜਾ ਰਹੀਆਂ ਸਨ। ਕੋਈ ਇਹਦੇ ਤੇ ਨਫਾ ਨੁਕਸਾਨ ਦਾ ਨਹੀਂ ਸੀ ਇਹਨਾਂ ਲਿਖਿਆ ਹੈਗਾ, ਕਿਸੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਨਾ। ਮਤਲਬ ਕੰਮ ਕਰਨ ਵਾਲੀ ਪਾਰਟੀ ਕੋਲ ਨਾ, ਜਿੰਨਾ ਪੈਸੇ ਦਿੱਤੇ ਸਨ ਉਹਨਾਂ ਕੋਲ। ਸਿਰਫ ਇਹਨਾਂ ਇੱਕ ਦੂਜੇ ਦੇ ਚੈੱਕ ਵਗੈਰਾ ਲਏ ਹੋਏ ਸਨ। ਸ਼ਰਕਪੁਰ ਦੀ ਕਾਫੀ ਜਿਹੜੇ ਮੁਅੱਜ਼ਜ਼ ਸ਼ਖਸੀਆਤ ਸਨ, ਉਹਨਾਂ ਕੋਲ ਇਕੱਠ ਗਏ ਨੇ, ਬਜ਼ੁਰਗ ਸ਼ਖਸੀਆਤ ਕੋਲ ਗਏ ਨੇ। ਜਦੋਂ ਉਹਨਾਂ ਵੇਖਿਆ ਨਾ ਕਿ ਸੂਦ ਦੇ ਮਾਮਲਾਤ ਨੇ, ਉਹ ਵਿੱਚੋਂ ਨਿਕਲ ਗਏ ਨੇ ਸਾਰੇ, ਕਿਉਂਕਿ ਬਜ਼ਾਹਿਰ ਹੀ ਸੂਦ ਹੀ ਨਜ਼ਰ ਆ ਰਿਹਾ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਇਹ ਜਦੋਂ ਇਕੱਠਾਂ ਦੇ ਵਿੱਚ ਫੈਸਲੇ ਨਹੀਂ ਹੋਏ, ਕਿਉਂਕਿ ਜਿਹੜੇ ਮੁਨਸਬ ਸਨ ਉਹਨਾਂ ਕਿਹਾ ਭਾਈ ਇਹ ਸੂਦ ਦੇ ਮਾਮਲਾਤ ਨੇ, ਅਸੀਂ ਇਹਨਾਂ 'ਚ ਫੈਸਲਾ ਨਹੀਂ ਦੇ ਸਕਦੇ। ਉਦੋਂ ਫਿਰ ਇਹਨਾਂ ਦੇ ਵਿੱਚ ਆਪਸ ਵਿੱਚ ਲੜਾਈਆਂ ਇਖਤਲਾਫਾਤ ਸ਼ੁਰੂ ਹੋਏ ਨੇ। ਅੱਜ ਤੋਂ ਤਕਰੀਬਨ 2 ਮਾਹ ਪਹਿਲੇ, 3 ਮਾਹ ਪਹਿਲੇ ਵੀ ਲੜਾਈ ਹੋਈ ਇੱਥੇ ਹਕੀਮਗੜੀ ਚੌਕ ਵਿੱਚ, ਉਦੋਂ ਵੀ ਸਿਰ ਸੁਰ ਪਾਟੇ ਨੇ। ਠੀਕ ਹੈ। ਲੇਕਿਨ ਇਹ ਗਲਤ ਹੋ ਰਿਹਾ। ਹੁਣ ਰਾਤ ਫਿਰ, ਜਿਹੜੀ ਰਾਤ ਈਦ ਵਾਲੇ ਦਿਨ ਗੁਜ਼ਰੀ ਏ, ਪਹਿਲੇ ਹਸਨੈਨ ਤੇ, ਕਿਉਂਕਿ ਜੋ ਅਲੀ ਸੈਫੀ ਭਾਈ ਜਿਹੜੇ ਨੇ ਉਹ ਹਸਨੈਨ ਹਰਾਂ ਦੇ ਬਹਿਨੋਈ ਨੇ, ਹਸਨੈਨ ਤੇ ਸਤੈਨ ਦੇ, ਲਿਹਾਜ਼ਾ ਇਹਨਾਂ ਨੂੰ ਉਹਨਾਂ ਟਾਰਗੇਟ ਕੀਤਾ ਹੈ। ਹਸਨੈਨ ਲਾਹੌਰੋਂ ਆ ਰਿਹਾ ਸੀ, ਉਹਦੀ ਗੱਡੀ ਨੂੰ ਵੀ ਇਹਨਾਂ ਫਾਇਰਿੰਗ ਫੂਰਿੰਗ ਕੀਤੀ, ਡੰਡੇ ਸੋਟੇ ਮਾਰੇ ਨੇ, ਉਹ ਵੀ ਵੀਡੀਓ ਮੌਜੂਦ ਤੁਹਾਡੇ ਕੋਲ ਆ ਗਈਆਂ ਹੁੰਦੀਆਂ। ਕੱਲ੍ਹ ਦਾ ਵਾਕਿਆ। ਉਸ ਤੋਂ ਬਾਅਦ ਜਿਹੜੇ ਦੂਸਰੇ ਅਨਾਸਰ ਨੇ, ਬਲਾਲ ਸੈਫੀ ਵਗੈਰਾ, ਇਹ ਉਹਨਾਂ ਨੇ ਸਾਰੇ ਮਾਮਲਾਤ ਕੱਲ੍ਹ ਰਾਤ ਕੀਤੇ ਨੇ। ਉਸ ਤੋਂ ਬਾਅਦ ਉਹ ਆ ਗਏ ਨੇ ਸਪਤੈਨ ਦੇ ਘਰ, ਉੱਥੇ ਆ ਕੇ ਉਹਨਾਂ ਫਾਇਰਿੰਗ ਵਗੈਰਾ ਕੀਤੀ ਹੈ। ਲੇਕਿਨ ਮੇਰੀ ਤੁਹਾਡੇ ਜ਼ਰੀਏ ਨਾਲ ਇਹ ਅਪੀਲ ਹੈ, ਤੁਸੀਂ ਵੀ ਅਪੀਲ ਕਰੋ ਕਿ ਖੁਦਾ ਰਾਤ ਜਿਹੜੇ ਤੁਹਾਡੇ ਪੈਸੇ ਸਨ, ਇਹ ਹੱਕ ਹਲਾਲ ਦੇ ਤੇ ਹੈ ਕੋਈ ਨਹੀਂ ਸਨ। ਜਿਹੜੇ ਤੁਸੀਂ ਅਗਰ ਜੇ ਹੁੰਦੇ ਹੱਕ ਹਲਾਲ ਦੇ, ਤੇ ਤੁਸੀਂ ਇਹ ਸੂਦ ਦਾ ਕੰਮ ਨਾ ਕਰਦੇ ਸਾਰੇ ਮਿਲ ਕੇ। ਇਹ ਸਾਰਾ ਕੰਮ ਸੂਦ ਦਾ ਸੀ। ਲਿਹਾਜ਼ਾ ਸ਼ਹਿਰ ਦਾ ਅਮਨ ਖਰਾਬ ਨਾ ਕਰੋ। ਇਹ ਪਹਿਲੇ ਵੀ ਤਕਰੀਬਨ ਲੜਾਈ ਇੱਕ ਘਰ ਦੀ ਸੀ, ਉਹ ਸ਼ੁਭਾਨ ਤੇ ਹਾਫਿਜ਼ ਸਾਦ ਹਰਾਂ ਦੀ, ਉਹ ਪੈ 2-3 ਘਰਾਂ 'ਚ ਗਈ। ਹੁਣ ਵੀ ਇਹ ਜਿਹੜਾ ਮਤਲਬ ਜਿਹੜੇ ਮੇਨ ਕਿਰਦਾਰ ਨੇ, ਉਹਨਾਂ ਦੀ ਲੜਾਈ ਹਟ ਕੇ ਫਿਰ ਇਹ ਦੂਸਰੇ ਘਰਾਂ ਦੇ ਵਿੱਚ ਪੈਣ ਡਈ ਹੈ। ਸ਼ਹਿਰ ਦਾ ਅਮਨ ਖਰਾਬ ਹੋ ਰਿਹਾ ਹੈ। ਖੁਦਾ ਨਾ ਖਾਸਤਾ ਇਹ ਕਤਲੋ ਗਾਰਤ ਹੋ ਜਾਵੇ, ਕਿਉਂਕਿ ਰਾਤ ਜਿੰਨੀ ਕੁ ਤਕਰੀਬਨ 15-20 ਮਿੰਟ ਫਾਇਰਿੰਗ ਹੋਈ ਹੈ, ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ, ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਨੁਕਸਾਨ ਨਹੀਂ ਹੋਇਆ, ਬਚ ਬਚਾ ਹੋ ਗਿਆ। ਸਿਰਫ ਮਾਲੀ ਨੁਕਸਾਨ ਹੋਇਆ। ਲਿਹਾਜ਼ਾ ਇਹ ਤੁਹਾਡੇ ਸਹਾਫੀਆਂ ਦੇ ਜ਼ਰੀਏ ਅਪੀਲ ਹੈ, ਤੁਸੀਂ ਵੀ ਅਪੀਲ ਕਰੋ ਕਿ ਸ਼ਹਿਰ ਦਾ ਅਮਨ ਨਾ ਖਰਾਬ ਕਰੋ। ਪੈਸੇ ਤੇ ਉਹ ਸਨ ਜਿਹੜੇ ਤੁਹਾਡੇ ਡੁੱਬ ਗਏ ਨੇ, ਕਿਉਂਕਿ ਅੱਲਾਹ ਤਾਲਾ ਦਾ ਸਾਡਾ ਈਮਾਨ ਹੈ ਕਿ ਜਿਹੜੇ ਤੁਸੀਂ ਗਲਤ ਤਰੀਕੇ ਨਾਲ ਪੈਸੇ ਕਮਾਓਗੇ ਜਾਂ ਗਲਤ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰੋਗੇ, ਤੇ ਉਹ ਨੁਕਸਾਨ ਹੀ ਹੋਣਾ। ਸੂਦ ਤੇ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਵਿੱਚ ਪਹਿਲੇ ਸਿਪਾਰੇ 'ਚ ਕਿਹਾ ਕਿ ਜਿਹਨੇ ਸੂਦ ਦਾ ਕੰਮ ਕਰਨਾ, ਉਹ ਮੇਰੇ ਤੇ ਮੇਰੇ ਨਬੀ ਲਈ ਜੰਗ ਲਈ ਤਿਆਰ ਹੋ ਜਾਏ। ਲਿਹਾਜ਼ਾ ਇਹ ਸੂਦ ਦਾ ਕੰਮ ਸੀ, ਪੈਸੇ ਡੁੱਬ ਗਏ। ਹੁਣ ਕਤਲੋ ਗਾਰਤ ਨਾ ਕਰੋ, ਸ਼ਹਿਰ ਦਾ ਅਮਨ ਖਰਾਬ ਨਾ ਕਰੋ। ਜੋ ਮਾਮਲਾਤ ਸਨ ਹੁਣ ਇਹ ਲਿਹਾਜ਼ਾ ਇੰਜ ਕਲੀਅਰ ਨਹੀਂ ਹੋਣੇ, ਲੇਕਿਨ ਸ਼ਹਿਰ ਦਾ ਅਮਨ ਖਰਾਬ ਨਾ ਕਰੋ। ਲੜਾਈ 2 ਘਰਾਂ ਦੀ ਏ, 3 ਘਰਾਂ ਦੀ, ਲੇਕਿਨ ਸ਼ਹਿਰ ਦੇ ਵਿੱਚ ਫੈਲਦੀ ਜਾ ਰਹੀ ਹੈ। ਬਹੁਤ ਸ਼ੁਕਰੀਆ ਜਨਾਬ।